ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਟੀ ਬਾਟੀ ਰਹਿ ਨਿਰਾਲੇ, ਰੂਖ ਬਿਰਖ ਉਦਿਆਨੇ, ਕੰਦ ਮੂਲ ਆਹਾਰੋ ਖਾਈਐ, ਔਧੂ ਬੋਲੇ ਗਿਆਨੇ। ਤੀਰਥ ਨਹਾਈਐ ਸੁਖ ਫਲ ਪਾਈਐ, ਮੈਲ ਨ ਲਾਗੈ ਕਾਈ। ਗੋਰਖ ਪੂਤ ਲੁਹਾਰੀ ਪਾ ਬੋਲੇ, ਜੋਗ ਜੁਗਤ ਬਿਦ ਸਾਈ। ਗੋਰਖ ਪੂਤ ਲੁਹਾਰੀ ਪਾ ਬੋਲੇ, ਜੋਗ ਜੁਗਤ ਬਿਦ ਸਾਈ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਚੱਲ ਰਹੀ ਸਿੱਧ ਗੋਸ਼ਟ ਦੀ ਜੋ ਪਾਵਨ ਬਾਣੀ ਹੈ, ਉਸ ਦੀ ਵਿਚਾਰ ਜੋ ਕਿ ਨੰਬਰ 7 ਦੀ ਪੌੜੀ ਹੈ। ਇਸ ਨੰਬਰ 7 ਦੀ ਪੌੜੀ ਵਿੱਚ ਗੋਰਖ ਦਾ ਚੇਲਾ ਲੁਹਾਰੀ ਭਾ ਆਪਣੇ ਯੋਗ ਮਤ ਬਾਰੇ ਦੱਸਦਾ ਹੈ ਕਿ ਯੋਗ ਦੀ ਕੀ ਜੁਗਤ ਹੈ, ਯੋਗ ਦੀ ਕੀ ਵਿਧੀ ਹੈ, ਯੋਗੀ ਬਣਨ ਵਾਸਤੇ ਕੀ ਕਰਨਾ ਚਾਹੀਦਾ ਹੈ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਯੋਗ ਮਤ ਦੁਪਹਿਰ ਦੇ ਸੂਰਜ ਵਾਂਗ ਚਮਕਦਾ ਸੀ। ਆਮ ਲੋਕਾਂ ਦੀ ਤੇ ਗੱਲ ਹੀ ਛੱਡੋ, ਵੱਡੇ ਵੱਡੇ ਰਾਜੇ ਮਹਾਰਾਜੇ ਵੀ ਯੋਗੀ ਬਣ ਰਹੇ ਸਨ। ਯੋਗ ਮਤ ਬਹੁਤ ਫੈਲੀ ਜਾ ਰਿਹਾ ਸੀ। ਇਸ ਨੂੰ ਠੱਲ ਪਾਈ ਗੁਰੂ ਸਾਹਿਬਾਨ ਜੀ ਨੇ। ਇਸ ਨੂੰ ਜੇ ਠੱਲ ਪਾਈ ਤਾਂ ਭਗਤਾਂ ਨੇ। ਗੁਰੂ ਸਾਹਿਬ ਜੀ ਨੇ ਦੁਨੀਆ ਨੂੰ ਦੱਸਿਆ ਕਿ ਜੋਗੀ ਬਣਨਾ ਕੋਈ ਬੁਰੀ ਗੱਲ ਨਹੀਂ ਹੈ, ਲੇਕਿਨ ਇਹੋ ਜਿਹੇ ਜੋਗੀ ਨਾ ਬਣੋ ਜਿਹੋ ਜਿਹੇ ਜੋਗੀ ਇਹ ਸਾਨੂੰ ਬਣਾ ਰਹੇ ਨੇ। ਇਹ ਗੋਰਖ ਪੰਥੀਏ ਜਿਹੋ ਜਿਹਾ ਸਾਨੂੰ ਜੋਗੀ ਬਣਾ ਰਹੇ ਨੇ, ਇਹੋ ਜਿਹੇ ਜੋਗੀ ਨਾ ਬਣੋ। ਕਿਉਂਕਿ ਇਹੋ ਜਿਹਾ ਜੋਗੀ ਬਣਿਆ ਅੰਤ ਨੂੰ ਰੋਣਾ ਪਿੱਟਣਾ ਹੀ ਪੱਲੇ ਪੈਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਬਕਾਇਦਾ ਇਹੋ ਜਿਹੇ ਜੋਗੀਆਂ ਦਾ ਜ਼ਿਕਰ ਕੀਤਾ। ਉਹ ਰਾਜੇ ਮਹਾਰਾਜੇ ਜਿਹੜੇ ਸੁੱਖ ਆਰਾਮ ਦੀ ਜ਼ਿੰਦਗੀ ਛੱਡ ਕੇ ਜੋਗੀ ਬਣ ਗਏ। ਕੰਨ ਪੜਵਾ ਲੈ, ਸਿਰ ਸੁਆਹ ਪਵਾ ਲਈ, ਸਰੀਰ ਤੇ ਵਿਭੂਤੀ ਮਲ ਲਈ, ਖੱਪਰ ਚੁੱਕ ਕੇ ਮੰਗਣ ਤੁਰ ਪਏ, ਹੁਣ ਰੋਂਦੇ ਨੇ। ਇਸ ਨਾਲ ਕੋਈ ਆਤਮਿਕ ਆਨੰਦ ਥੋੜ੍ਹਾ ਮਿਲਣਾ ਸੀ। ਕੰਨ ਪੜਵਾਉਣ ਨਾਲ, ਸਰੀਰ ਤੇ ਵਿਭੂਤੀ ਮਲਣ ਨਾਲ, ਮੰਗ ਕੇ ਖਾਣ ਨਾਲ ਇਹਦਾ ਆਤਮਿਕ ਆਨੰਦ ਨਾਲ ਕੀ ਵਾਹ ਵਾਸਤਾ ਹੈ? ਕੁਛ ਵੀ ਨਹੀਂ। ਫਿਰ ਆਉਂਦੇ ਸੀ। ਗੁਰੂ ਨਾਨਕ ਪਾਤਸ਼ਾਹ ਜੀ ਦੇ ਬਕਾਇਦਾ ਬਚਨ ਨੇ, ਰੋਵ ਹੈ ਰਾਜੇ ਕੰਨ ਪੜਾਏ, ਘਰ ਘਰ ਮੰਗ ਹੈ ਭੀਖਿਆ ਜਾਏ। ਫਿਰ ਆਉਂਦੇ ਸੀ। ਇਹ ਕਿਉਂ ਗਲਤੀ ਕਰ ਬੈਠੇ? ਭਰਥਰੀ ਆਪਣਾ ਦੁੱਖ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅੱਗੇ ਰੋਇਆ। ਬਕਾਇਦਾ ਭਰਥਰੀ ਦੇ ਸੰਬੰਧ ਵਿੱਚ ਭਰਥਰੀ ਨੂੰ ਸੰਬੋਧਨ ਕਰਕੇ ਮਹਾਰਾਜ ਨੇ ਉਪਦੇਸ਼ ਵੀ ਦਿੱਤਾ। ਰਾਗ ਆਸਾ ਵਿੱਚ ਐਸੇ ਸ਼ਬਦ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ। ਇਸ ਲਈ ਮਹਾਰਾਜ ਨੇ ਕਿਹਾ ਜੋਗੀ ਬਣਨਾ ਕੋਈ ਬੁਰੀ ਬਾਤ ਨਹੀਂ, ਬਣੋ। ਪਰ ਕਿਹੋ ਜਿਹੇ ਜੋਗੀ? ਉਹ ਜੋਗੀ ਜਿਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ
राग गौड़ी विच कीता। जोग जुगत सुन आयो गुर ते, मोको सतगुर शब्द बुझाया। रहाओ। नौखंड पृथ्वी इस तन मह रविया, निमख निमख नमस्कारा, दीख्या गुर की मुंदरा कानी, दृढ़ो एक निरंकार। पांच चेले मिल भय एकत्रा, एक सकै वस किए, 10 बैरागन आज्ञाकारी, तब निर्मल जोगी थिए। भरम जराए चराई विपूता, पंथ एक कर पेख्या, सहज सुख सो कीनी भुगता, जो ठाकुर मस्तक लिखिया। जह भौ नाही तहाँ आसन बांधे, सिंगी अनहत बानी, तत् विचार डंडा कर राख्यो, जुगत नाम मन भानी। ऐसा जोगी वडभागी भेटा। ਇਹੋ ਜਿਹਾ ਜੋਗੀ ਤੇ ਵੱਡਿਆਂ ਭਾਗਾਂ ਨਾਲ ਮਿਲਦਾ ਹੈ। ਐਸਾ ਜੋਗੀ ਵਡਭਾਗੀ ਭੇਟੈ, ਮਾਇਆ ਕੇ ਬੰਧਨ ਕਾਟੈ, ਸੇਵਾ ਪੂਜ ਕਰੋ ਤਿਸ ਮੂਰਤ ਕੀ, ਨਾਨਕ ਤਿਸ ਭਗ ਚਾਟੈ। ਇਹ ਜੋਗੀ ਹੈ। ਇਹ ਹੈ ਜੋਗ ਦੀ ਅਸਲੀ ਜੁਗਤ। ਲੇਕਿਨ ਇੱਥੇ ਉਹ ਜੋਗ ਜਿਹੜਾ ਗੋਰਖ ਦਾ ਚਲਾਇਆ ਹੋਇਆ ਜੋਗ ਮਤ, ਹੁਣ ਲੋਹਾ ਰੀਪਾ ਆਪਣੇ ਜੋਗ ਦੀ ਜੁਗਤ, ਜੋਗ ਦੀ ਵਿਧੀ ਦੱਸ ਰਿਹਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ। ਕਹਿੰਦਾ ਹੈ, ਹਾਟੀ ਬਾਟੀ ਰਹਿ ਨਿਰਾਲੇ, ਰੂਖ ਬਿਰਖ ਉਦਿਆਨੇ। ਲੋਹਾ ਰੀਪਾ ਦਾ ਕਥਨ ਅਸੀਂ ਦੁਨੀਆ ਦੇ ਮੇਲਿਆਂ ਮਸਾਧਿਆਂ ਭਾਵ ਸੰਸਾਰਕ ਝਮੇਲਿਆਂ ਤੋਂ ਵੱਖਰੇ ਜੰਗਲ ਵਿੱਚ ਕਿਸੇ ਰੁੱਖ ਬਿਰਖ ਹੇਠ ਰਹਿੰਦੇ ਹਾਂ। ਹਾਟੀ ਬਾਟੀ, ਹਾਟੀ ਹੱਟੀ ਦੁਕਾਨ, ਬਾਟੀ ਬਾਟ ਰਸਤਾ ਭਾਵ ਸੰਸਾਰਕ ਝਮੇਲੇ। ਹਾਟੀ ਬਾਟੀ ਦਾ ਸਿੱਧਾ ਜਿਹਾ ਅਰਥ ਸੰਸਾਰਕ ਝਮੇਲੇ, ਸੰਸਾਰਕ ਝੰਜਟ, ਸੰਸਾਰਕ ਧੰਦੇ। ਕਹਿੰਦੇ ਅਸੀਂ ਇਹਨਾਂ ਤੋਂ ਨਿਰਾਲੇ ਹੋ ਗਏ, ਛੱਡ ਦਿੱਤੇ। ਸੰਸਾਰਕ ਝੰਜਟ ਅਸੀਂ ਛੱਡ ਦਿੱਤੇ। ਸੰਸਾਰਕ ਵਿਵਹਾਰ, ਸੰਸਾਰਕ ਜ਼ਿੰਮੇਵਾਰੀਆਂ ਸਭ ਛੱਡ ਦਿੱਤੀਆਂ। ਅਸੀਂ ਆ ਗਏ ਹਾਂ ਜੰਗਲ ਵਿੱਚ, ਬਹਿ ਗਏ ਹਾਂ ਕਿਸੇ ਰੁੱਖ ਦੇ ਹੇਠਾਂ, ਕਿਸੇ ਬਿਰਛ ਦੇ ਹੇਠਾਂ। ਇੱਥੋਂ ਜੋਗ ਮਤ ਸ਼ੁਰੂ ਹੁੰਦਾ। ਸੰਸਾਰ ਨੂੰ ਛੱਡਣਾ, ਧੀਆਂ ਪੁੱਤਰਾਂ ਨੂੰ ਛੱਡਣਾ, ਸੰਸਾਰ ਦੇ ਸੁੱਖ ਛੱਡਣੇ, ਇੱਥੋਂ ਜੋਗ ਮਤ ਆਰੰਭ ਹੁੰਦਾ। ਇਸ ਵਿੱਚ ਕੋਈ ਸ਼ੱਕ ਨਹੀਂ, ਧੰਦੇ ਛੱਡਣ ਦੀ ਗੱਲ ਹੈ ਗੁਰਮਤ ਵਿੱਚ। ਗੁਰਮਤ ਵਿੱਚ ਧੰਦਿਆਂ ਵਿੱਚ ਫਸਣ ਤੋਂ ਗੁਰੇਜ਼ ਕੀਤਾ ਹੈ। ਹਜ਼ੂਰ ਦੇ ਬਚਨ ਨੇ ਬਾਣੀ ਵਿੱਚ। ਸਭ ਕਹਿੰਦੇ ਨੇ, ਮੈਂ ਛੱਡਿਆ ਸਭੋ ਧੰਦੜਾ, ਗੁਸਾਈ ਸੇਵੀ ਸੱਚੜਾ, ਨੌ ਨਿਦ ਨਾਮ ਨਿਧਾਨ ਹਰ, ਮੈਂ ਪੱਲੇ ਬੱਧਾ ਛਿਕ ਜਿਉ। ਜਨ ਨਾਨਕ ਕੀਤਾ ਨਾਮ ਧਰ, ਹੋਰ ਛੋੜਿਆ ਧੰਦਾ। ਧੰਦਾ ਨਹੀਂ ਕਰਨਾ, ਝੰਜਟ ਵਿੱਚ ਨਹੀਂ ਪੈਣਾ, ਝਮੇਲਿਆਂ ਵਿੱਚ ਨਹੀਂ ਫਸਣਾ, ਲੇਕਿਨ ਕਿਰਤ ਕਰਨੀ। ਕਿਰਤ ਗੁਰਮਤ ਦਾ ਸਿਧਾਂਤ ਹੈ, ਧੰਦੇ ਗੁਰਮਤ ਦਾ ਸਿਧਾਂਤ ਨਹੀਂ ਹੈ। ਇਸ ਲਈ ਮਹਾਰਾਜ ਕਹਿੰਦੇ ਨੇ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਘਾਲਣਾ ਘਾਲ ਕੇ, ਕਿਰਤ ਕਰਕੇ ਖਾਣਾ, ਆਪ ਵੀ ਆਪਣਾ ਪੇਟ ਭਰਨਾ, ਕਿਸੇ ਦੂਸਰੇ ਲੋੜਵੰਦ ਦੀ ਵੀ ਮਦਦ ਕਰਨਾ। ਗੁਰਮਤ ਵਿੱਚ ਵਿਹਲੜ ਨੂੰ ਕੋਈ ਥਾਂ ਨਹੀਂ ਹੈ। ਗੁਰਮਤ ਵਿੱਚ ਸੰਸਾਰ ਨੂੰ ਛੱਡ ਕੇ ਜਾਣ ਵਾਲੇ ਨੂੰ ਕੋਈ ਮਾਣ ਸਤਿਕਾਰ ਨਹੀਂ ਹੈ। ਗੁਰਮਤ ਵਿੱਚ ਧੰਦਿਆਂ ਵਿੱਚ ਲਿਪਟੇ ਹੋਏ ਨੂੰ ਵੀ ਕੋਈ ਥਾਂ ਨਹੀਂ ਹੈ। ਉਹ ਆਦਮੀ ਜਿਹੜਾ ਸਿਰਫ ਮਾਇਆ ਵਿਹੜਾ ਹੀ ਬਣ ਗਿਆ, ਜਿਹੜਾ ਸਿਰਫ ਤੇ ਸਿਰਫ ਜੀ ਰਿਹਾ ਹੈ ਪੈਸਾ ਕਮਾਉਣਾ, ਮਹਾਰਾਜ ਨੇ ਉਸਨੂੰ ਵੀ ਗੁਰਬਾਣੀ ਵਿੱਚ ਕੋਈ ਥਾਂ ਨਹੀਂ ਦਿੱਤੀ। ਮਹਾਰਾਜ ਕਹਿੰਦੇ ਨੇ, ਮਾਇਆ ਕਾਰਨ ਧਾਵ ਹੀ ਮੂਰਖ ਲੋਕ ਆ ਜਾਣ। ਮਹਾਰਾਜ ਕਹਿੰਦੇ ਨੇ, ਜਿਹੜੇ ਮਾਇਆ ਕਰਕੇ ਭਟਕਦੇ ਫਿਰਦੇ ਹਨ ਉਹ ਮੂਰਖ ਨੇ। ਜਿਨ੍ਹਾਂ ਦੀ ਜ਼ਿੰਦਗੀ ਦਾ ਲਕਸ਼ ਸਿਰਫ ਮਾਇਆ ਹੀ ਬਣ ਗਿਆ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਂਦੇ ਨੇ, ਪਰ ਮਹਾਰਾਜ ਕਹਿੰਦੇ ਨੇ, ਐਸੇ ਮੂਰਖ ਇਹ ਸਮਝਦੇ ਨਹੀਂ
ਕਿ ਜਦੋਂ ਅਸੀਂ ਉਸ ਪਰਮਾਤਮਾ ਦੇ ਨਾਮ ਨਾਲੋਂ ਟੁੱਟ ਗਏ, ਸਿਰਫ ਮਾਇਆ ਵਿਹੜੇ ਬਣ ਗਏ, ਤਾਂ ਜੀਵਨ ਸਾਡਾ ਬਿਰਥ ਹੈ। ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ। ਜੇ ਅਸੀਂ ਸਿਰਫ ਮਾਇਆ ਵਿਹੜੇ ਹੀ ਬਣ ਗਏ, ਸਿਮਰਨ ਵੱਲੋਂ, ਨਾਮ ਵੱਲੋਂ, ਪਰਮਾਤਮਾ ਵੱਲੋਂ ਵਿਰਬੇ ਹੋ ਗਏ, ਤੇ ਸਭ ਕੁਝ ਖਤਮ ਹੈ। ਸਤਿਗੁਰੂ ਜੀ ਨੇ ਹੋਰ ਥਾਵੇਂ ਵੀ ਸਮਝਾਇਆ ਹੈ। ਮਹਾਰਾਜ ਕਹਿੰਦੇ ਨੇ, ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵੇ, ਨਾਨਕ ਨਹੀਂ ਕਰਮ। ਇਸ ਲਈ ਕੇਵਲ ਮਾਇਆ ਵਿਹੜੇ ਹੀ ਹੋ ਜਾਣਾ ਇਹ ਠੀਕ ਨਹੀਂ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਲੋਕਾਂ ਨੂੰ ਗੁਰਬਾਣੀ ਵਿੱਚ ਕੋਈ ਥਾਂ ਨਹੀਂ ਜਿਹੜੇ ਸਿਰਫ ਮਾਇਆ ਵਿਹੜੇ, ਸਿਰਫ ਧੰਦਿਆਂ ਵਿੱਚ ਫਸ ਗਏ, ਤੇ ਉਹਨਾਂ ਨੂੰ ਵੀ ਨਹੀਂ ਜਿਹੜੇ ਵਿਹਲੜ ਨੇ, ਤੇ ਉਹਨਾਂ ਨੂੰ ਵੀ ਨਹੀਂ ਜਿਹੜੇ ਸਾਰਾ ਕੁਝ ਛੱਡ ਕੇ ਜੰਗਲਾਂ ਵਿੱਚ ਚਲੇ ਗਏ। ਇਸ ਲਈ ਮਹਾਰਾਜ ਕਹਿੰਦੇ ਹਨ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੂੰ ਇਹ ਲੋਹਾ ਰੀਪਾ ਆਪਣੇ ਮਤ ਬਾਰੇ ਦੱਸ ਰਿਹਾ ਹੈ। ਕਹਿੰਦਾ ਹੈ, ਹਾਟੀ ਬਾਟੀ ਰਹਿ ਨਿਰਾਲੇ, ਰੂਖ ਬਿਰਖ ਉਦਿਆਨੇ। ਮਹਾਰਾਜ ਸਾਡਾ ਤੇ ਯੋਗ ਮਤ ਸ਼ੁਰੂ ਇੱਥੋਂ ਹੁੰਦਾ, ਆਰੰਭ ਹੀ ਇੱਥੋਂ ਹੁੰਦਾ। ਸਭ ਛੱਡ ਕੇ ਅਸੀਂ ਤੇ ਜੰਗਲਾਂ ਵਿੱਚ ਚਲੇ ਗਏ ਹਾਂ, ਕਿਸੇ ਰੁੱਖ ਬਿਰਛ ਹੇਠਾਂ ਬੈਠ ਗਏ। ਕੰਦ ਮੂਲ ਆਹਾਰੋ ਖਾਈਐ, ਔਧੂ ਬੋਲੇ ਗਿਆਨੇ। ਤੇ ਗਾਜਰ ਮੂਲੀ ਉੱਤੇ ਗੁਜ਼ਾਰਾ ਕਰਦੇ ਹਾਂ। ਜੋਗੀ ਲੋਹਾ ਰੀਪਾ ਨੇ ਯੋਗ ਦਾ ਗਿਆਨ ਮਾਰਗ ਇਉਂ ਦੱਸਿਆ ਹੈ। ਭਾਵ ਅਸੀਂ ਜੰਗਲਾਂ ਵਿੱਚ ਰਹਿੰਦੇ ਹਾਂ, ਕੰਦ ਮੂਲ ਖਾ ਕੇ ਗੁਜ਼ਾਰਾ ਕਰਦੇ ਹਾਂ। ਕੰਦ ਮੂਲ ਉਸ ਪਦਾਰਥ ਨੂੰ ਕਹਿੰਦੇ ਨੇ ਜਿਹੜਾ ਧਰਤੀ ਵਿੱਚ ਹੁੰਦਾ, ਜਿਸ ਤਰ੍ਹਾਂ ਗਾਜਰ ਹੋ ਗਈ, ਮੂਲੀ ਹੋ ਗਈ ਇਤਿਆਦਿਕ। ਕਹਿੰਦੇ ਇਹੀ ਹੈ ਸਾਡਾ ਗਿਆਨ ਮਾਰਗ, ਇੱਥੋਂ ਹੀ ਸਾਡੀ ਯੋਗ ਮਤ ਦੀ ਆਰੰਭਤਾ ਹੁੰਦੀ ਹੈ। ਇਸ ਤੋਂ ਬਾਅਦ ਤੀਰਥ ਨਹਾਈਐ, ਸੁਖ ਫਲ ਪਾਈਐ, ਮੈਲ ਨਾ ਲਾਗੈ ਕਾਈ। ਤੀਰਥ ਤੇ ਇਸ਼ਨਾਨ ਕਰਦੇ ਹਾਂ, ਇਸ ਦਾ ਫਲ ਮਿਲਦਾ ਹੈ ਸੁਖ, ਤੇ ਮਨ ਨੂੰ ਕੋਈ ਮੈਲ ਵੀ ਨਹੀਂ ਲੱਗਦੀ। ਭਾਵ ਤੀਰਥਾਂ ਤੇ ਇਸ਼ਨਾਨ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ। ਗੋਰਖ ਪੂਥ ਲੋਹਾ ਰੀਪਾ ਬੋਲੇ, ਜੋਗ ਜੁਗਤ ਬਿਦ ਸਾਈ। ਗੋਰਖਨਾਥ ਦਾ ਚੇਲਾ ਲੋਹਾ ਰੀਪਾ ਬੋਲਿਆ ਕਿ ਇਹੀ ਹੈ ਯੋਗ ਦੀ ਜੁਗਤੀ, ਯੋਗ ਦੀ ਵਿਧੀ। ਇਸ ਪੌੜੀ ਵਿੱਚ ਜਿੱਥੇ ਲੋਹਾ ਰੀਪਾ ਨੇ ਯੋਗ ਮਤ ਦੀ ਵਿਧੀ ਜੁਗਤੀ ਦੱਸੀ ਹੈ, ਉੱਥੇ ਇਸ ਪੌੜੀ ਤੋਂ ਸਾਨੂੰ ਇੱਕ ਹੋਰ ਵੀ ਸਮਝ ਮਿਲਦੀ ਹੈ। ਹਮੇਸ਼ਾ ਕਈ ਵਾਰ ਅਸੀਂ ਆਪਣੇ ਹਿਸਾਬ ਨਾਲ ਗੁਰਬਾਣੀ ਦੇ ਅਰਥ ਕਰ ਲੈਂਦੇ ਹਾਂ। ਜਦੋਂ ਅਸੀਂ ਗੁਰਬਾਣੀ ਨੂੰ ਆਪਣੇ ਮਨ ਦੀ ਮਤ ਦੇ ਅਨੁਸਾਰ ਢਾਲ ਲੈਂਦੇ ਹਾਂ, ਤਾਂ ਗੁਰਮਤਿ ਦੇ ਸਹੀ ਸਿਧਾਂਤ ਤੋਂ ਅਸੀਂ ਥੜਕ ਜਾਂਦੇ ਹਾਂ। ਹੁਣ ਜੇ ਇਹੀ ਪੌੜੀ ਨੂੰ ਅਸੀਂ ਗੁਰਮਤਿ ਸਮਝ ਲਈਏ ਤਾਂ ਬਹੁਤ ਵੱਡਾ ਅਸੀਂ ਨੁਕਸਾਨ ਕਰਾਂਗੇ। ਜੇ ਅਸੀਂ ਇਹਦੇ ਅਰਥ ਇਸ ਤਰ੍ਹਾਂ ਕਰ ਦਈਏ ਕਿ ਲਓ ਜੀ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਮੈਂ ਤੇ ਸੰਸਾਰ ਦੇ ਝੰਜਟ ਛੱਡ ਦਿੱਤੇ, ਮੈਂ ਤੇ ਜੰਗਲ ਵਿੱਚ ਬੈਠ ਗਿਆ ਹਾਂ, ਮੈਂ ਤੇ ਕੰਦ ਮੂਲ ਖਾ ਕੇ ਗੁਜ਼ਾਰਾ ਕਰਦਾ ਹਾਂ, ਮੈਂ ਤੇ ਤੀਰਥਾਂ ਤੇ ਇਸ਼ਨਾਨ ਕਰਦਾ ਹਾਂ, ਜਿਸ ਦਾ ਫਲ ਮੈਨੂੰ ਸੁੱਖ ਮਿਲਦਾ ਹੈ। ਪਰ ਨਹੀਂ, ਆਖਰੀ ਗੋਰਖ ਪੂਤ ਲੋਹਾ ਰੀਪਾ ਬੋਲੇ। ਹੁਣ ਇੰਨੀ ਤੋਕੀ ਛੱਡ ਦੇਈਏ। ਇਹ ਗੋਰਖ ਦਾ ਪੁੱਤਰ ਭਾਵ ਗੋਰਖ ਦਾ ਚੇਲਾ ਲੋਹਾ ਰੀਪਾ ਕਹਿ ਰਿਹਾ, ਨਾ ਕਿ ਗੁਰੂ ਨਾਨਕ ਸਾਹਿਬ ਕਹਿ ਰਹੇ। ਉਸ ਲੋਹਾ ਰੀਪਾ ਦੇ ਬੋਲਾਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪਣੀ ਅੰਮ੍ਰਿਤ ਬਾਣੀ ਦੇ ਵਿੱਚ ਦਰਜ ਕੀਤਾ ਤੇ ਸਾਨੂੰ ਸਮਝਾਇਆ ਕਿ ਭਾਈ ਲੋਹਾ ਰੀਪਾ, ਗੋਰਖ ਦਾ ਚੇਲਾ ਲੋਹਾ ਰੀਪਾ, ਉਹ ਯੋਗ ਦੀ ਜੁਗਤ ਇਹ ਦੱਸਦਾ ਹੈ। ਪਰ ਸਾਡਾ ਸਿਧਾਂਤ ਕੀ ਉਹ ਅਗਲੀ ਪੌੜੀ ਵਿੱਚ ਮਹਾਰਾਜ ਦੱਸਿਆ, 8ਵੀਂ ਪੌੜੀ ਦੇ ਵਿੱਚ। ਸੋ ਆਪ ਜੀ ਨੇ ਨੰਬਰ 7 ਦੀ ਪੌੜੀ ਦੀ ਵਿਚਾਰ ਬਹੁਤ ਹੀ ਪਿਆਰ ਨਾਲ ਸਰਵਣ ਕੀਤੀ ਹੈ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।